ਹਾਲ ਵਿੱਚ ਹੀ ਇੱਕ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਜੋਗੀ। 1984 ਦੇ ਸਿੱਖ ਨਸਲਕੁਸ਼ੀ ਦੇ ਉੱਤੇ ਬਣਾਈ ਗਈ ਹੈ। ਜਰਸੀ ਫਿਲਮ ਸ਼ਾਹਿਦ ਕਪੂਰ ਦੀ ਫਿਲਮ ਸੀ। ਉਹਦੇ ਵਿੱਚ ਮੈਂ ਟ੍ਰੇਨਿੰਗ ਦੇ ਵਿੱਚ ਸੀ ਚੰਡੀਗੜ੍ਹ। ਉਹ ਟ੍ਰੇਨਿੰਗ ਦੇ ਦੌਰਾਨ ਹੀ ਮੈਨੂੰ ਮੌਕਾ ਮਿਲਿਆ ਇਸ ਫਿਲਮ ਦੇ ਵਿੱਚ ਆਡੀਸ਼ਨ ਦੇਣ ਦਾ। ਹੋਇਆ ਇੱਦਾਂ ਕਿ ਵੀ ਉਹਨਾਂ ਨੂੰ ਚਾਹੀਦਾ ਸੀ ਕੋਈ 5-6 ਸਾਲ ਵੱਡਾ ਭਰਾ ਅਤੇ ਕੋਈ 32 ਇਅਰਸ ਦੇ ਅਰਾਊਂਡ, ਅਤੇ ਮੇਰੀ ਉਮਰ ਸੀ ਕੋਈ 27 ਸਾਲ ਦੇ ਆਸ-ਪਾਸ, 26-27 ਦੇ ਆਸ-ਪਾਸ। ਕਰੈਕਟਰ ਤਾਂ ਲੱਭ ਰਹੇ ਹਾਂ, ਤੁਹਾਡਾ ਕਰੈਕਟਰ ਬਹੁਤ ਵਧੀਆ ਲੱਗਾ ਸਾਨੂੰ, ਬਟ ਤੁਹਾਡੀ ਜਿਹੜੀ ਲੁੱਕ ਹੈ ਉਹ ਸਾਨੂੰ ਐਲਡਰ ਬ੍ਰਦਰ ਦੀ ਨਹੀਂ ਜਾ ਰਹੀ, ਕਿਉਂਕਿ ਅਸੀਂ ਬ੍ਰਦਰ ਲੱਭ ਰਹੇ ਹਾਂ 32 ਸਾਲ ਦਾ। ਮੈਂ ਘਰ ਚਲਾ ਗਿਆ ਅਤੇ ਕੁਝ ਇੱਕ ਹਫ਼ਤੇ ਬਾਅਦ ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ ਆਡੀਸ਼ਨ ਵਾਸਤੇ, ਮੇਰੇ ਦੋਸਤ ਸੀ, ਮਿੱਤਰ ਸੀ ਮੇਰੇ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵੀਰੇ ਖਿੱਚ ਤਿਆਰੀ, ਸਿਲੈਕਸ਼ਨ ਹੋ ਰਹੀ ਹੈ। ਰੋਲ ਜਦੋਂ ਮਿਲਿਆ ਤੁਹਾਨੂੰ ਯਕੀਨ ਨਹੀਂ ਹੋਇਆ ਵੀ ਹੋ ਗਿਆ? ਨਾ ਜੀ ਨਾ, ਮੈਂ ਯਕੀਨ ਕਿੱਥੇ ਆਉਂਦਾ ਬੰਦੇ ਨੂੰ, ਬਟ ਜਦੋਂ ਮੈਨੂੰ ਆਫੀਸ਼ੀਅਲੀ ਮੈਨੂੰ ਕਾਲ ਆਈ ਕਿ ਵੀ ਤੁਸੀਂ ਸਿਲੈਕਟ ਹੋ ਗਏ ਇਸ ਰੋਲ ਵਾਸਤੇ, ਤਾਂ ਇਹ ਮੇਰੇ ਲਈ ਟੋਟਲੀ ਅਨਐਕਸਪੈਕਟਡ ਸੀ। ਜਦੋਂ ਦੀ ਇਹ ਸਟੋਰੀ ਹੈ ਉਦੋਂ ਦੀ ਤੁਹਾਡਾ ਜਨਮ ਉਸ ਤੋਂ ਬਾਅਦ ਦਾ ਸ਼ਾਇਦ, ਹੈ ਨਾ, ਲੇਕਿਨ ਉਸ ਚੀਜ਼ ਨੂੰ ਫੀਲਿੰਗ ਲਿਆਉਣ ਵਾਸਤੇ ਕਿਹੜੇ ਐਫਰਟ ਤੁਹਾਨੂੰ ਕਰਨੇ ਪਏ? ਤੁਹਾਨੂੰ ਕਿੰਨੇ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਮਦਦ ਕੀਤੀ? ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਕੀਤੀ, ਦਲਜੀਤ ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ ਤੁਹਾਡੇ ਨਾਲ, ਮਤਲਬ ਐਜ਼ ਅ ਕੋ ਆਰਟਿਸਟ ਉਹਨਾਂ ਨੇ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ? ਸ਼ਾਇਦ ਮੈਨੂੰ ਦੱਸਣ ਦੀ ਵੀ ਲੋੜ ਨਹੀਂ, ਸਾਰੇ ਮੇਰੇ ਭੈਣ ਭਰਾ ਜਿਹੜੇ ਪੂਰੀ ਦੁਨੀਆ 'ਚ ਬੈਠੇ ਨੇ, ਹਰੇਕ ਦੇ ਨਾਲ ਇਹ ਉਹ ਕਿਸੇ ਨਾ ਕਿਸੇ ਉਹਦੇ ਪਰਿਵਾਰਿਕ ਮੈਂਬਰ ਦੇ ਨਾਲ ਇਹ ਹਾਦਸਾ ਵਾਪਰਿਆ ਸੀ। ਇੱਕ ਸੀਨ ਹੈ ਜਦੋਂ ਡੈਥ ਹੋ ਚੁੱਕੀ ਆਪਣੇ ਘਰ ਵਾਲੇ ਦੀ, ਉਹ ਫਿਰ ਵੀ ਸ਼ਰਟ ਸੀਂਦੀ ਪਈ ਹੈ ਕਿ ਵੀ ਉਹਦੇ ਬੱਚੇ ਦਾ ਬਰਥਡੇ ਹੈ, ਕਿ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵੀ ਮੈਂ ਆ ਕੇ ਇਹ ਨਵੀਂ ਸ਼ਰਟ ਹੀ ਪਾਊਂਗਾ ਮੈਂ, ਅਤੇ ਮੈਂ ਉਹਨਾਂ ਵਾਸਤੇ ਸ਼ਰਟ ਸੀਂਦੀ ਪਈ ਹਾਂ। ਅਤੇ ਸਰ ਮੈਨੂੰ ਕਹਿੰਦੇ ਕਿ ਵੀ ਬਿਲਕੁਲ ਸ਼ੌਕਡ ਹੋ ਤੁਸੀਂ, ਕਿਉਂਕਿ ਤੁਹਾਡੀ ਜਿਹੜੀ ਸਿਸਟਰ ਦਾ ਘਰ ਵਾਲਾ ਉਹਦੀ ਡੈਥ ਹੋ ਚੁੱਕੀ ਹੈ। ਉਹ ਸੀਨ ਦੇ ਵਿੱਚ ਬਿਨਾਂ ਡਾਇਲੌਗਸ ਤੋਂ ਹੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਉਹ ਦੁੱਖ, ਇਮੋਸ਼ਨਸ ਉਹ ਤੁਹਾਨੂੰ ਫੀਲ ਕਰਨ ਨੂੰ ਮਿਲਣਗੀਆਂ। ਚਾਰੇ ਪਾਸੇ ਫਿਲਮ ਦੀ ਜਿਹੜੀ ਹੈ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਦਲਜੀਤ ਦੋਸਾਂਝ ਜਿਹੜੇ ਹੀਰੋ ਨੇ ਫਿਲਮ ਦੇ, ਉਹਨਾਂ ਨੂੰ ਲੈ ਕੇ ਓਵਰਆਲ ਸਾਰੇ ਜਿੰਨੇ ਕਰੈਕਟਰ ਨੇ ਤੁਹਾਡੇ ਵਰਗੇ, ਕੱਲ੍ਹ ਨੂੰ ਫਿਲਮ ਨੂੰ ਕੋਈ ਅਵਾਰਡ ਮਿਲਦਾ ਜਾਂ ਤੁਹਾਨੂੰ ਕੋਈ ਕਰੈਕਟਰ ਨੂੰ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ, ਅਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਫੀਲਿੰਗ ਆਏਗੀ? ਗੱਲ ਕਰਾਂ ਦਲਜੀਤ ਭਾਜੀ ਦੀ, ਜਿਹੜਾ ਗੁਰਦੁਆਰੇ ਦਾ ਇੱਕ ਸੀਨ ਸੀ ਕਿ ਵੀ ਜਦੋਂ ਜੋਗੀ ਕਹਿੰਦਾ ਵੀ ਆਪਣੇ ਸਾਥੀਆਂ ਨੂੰ ਜਾਂ ਮੈਨੂੰ ਸਾਰਿਆਂ ਨੂੰ, ਜਦੋਂ ਇੱਕ ਗੁਰਦੁਆਰੇ ਦਾ ਸੀਨ ਹੈ ਕਿ ਵੀ ਹੁਣ ਤਾਂ ਲੜਨਾ ਹੀ ਪਵੇਗਾ, ਤਾਂ ਜਦੋਂ ਮੈਂ ਅੱਗੇ ਡਾਇਲੌਗ ਪਰਫਾਰਮ ਕਰਦਾ ਕਿ ਵੀ ਅਸੀਂ ਤਾਂ ਵੀ ਕੰਮ ਕਾਰ ਵਾਲੇ ਬੰਦੇ ਹਾਂ, ਅਤੇ ਉਹ ਸੀਨ ਤੋਂ ਬਾਅਦ ਮੈਂ ਭਾਜੀ ਨੂੰ ਪੁੱਛਿਆ ਕਿ ਭਾਜੀ ਠੀਕ ਕਰ ਰਹੇ? ਕਹਿੰਦੇ ਹਾਂਜੀ ਭਾਜੀ ਬਹੁਤ ਵਧੀਆ ਕਰ ਰਹੇ ਹੋ। ਉਹ ਜਿਹੜੀ ਚੀਜ਼ ਹੈ, ਇੱਕ ਕਿਸ ਲੈਵਲ 'ਤੇ ਬੰਦਾ ਪਹੁੰਚ ਕੇ ਇੱਕ ਸਾਹਮਣੇ ਵਾਲੇ ਇੱਕ ਬੰਦੇ ਨੂੰ ਸਪੋਰਟ ਕਰੇ, ਇਹ ਛੋਟੀ ਜਿਹੀ ਗੱਲ ਨਹੀਂ ਹੈ। ਉਹ ਸਭ ਦੇ ਸਭ ਬਹੁਤ ਡਾਊਨ ਟੂ ਅਰਥ ਨੇ, ਸਪੋਰਟਿਵ ਨੇ, ਅਤੇ ਇਸ ਸਪੋਰਟ ਦੇ ਸਦਕਾ ਹੀ ਮੈਂ ਵੀ ਇੱਥੋਂ ਤੱਕ ਪਹੁੰਚ ਪਾਇਆ। ਇਸ ਤੋਂ ਅੱਗੇ ਤਾਂ ਮੈਂ ਸੋਚਿਆ ਹੀ ਨਹੀਂ ਕਿ ਇਸ ਕਰੈਕਟਰ ਨੂੰ ਅਵਾਰਡ ਮਿਲਣਗੇ ਕਿ ਨਹੀਂ, ਕਿਉਂਕਿ ਹਜੇ ਹੌਲੀ ਹੌਲੀ ਤੁਰ ਰਹੀ ਹੈ। ਇੰਨੀ ਵੱਡੀ ਛਾਲ ਮਾਰਨ ਦਾ ਹਜੇ ਮੈਂ ਸੋਚਿਆ ਨਹੀਂ, ਅਤੇ ਜਿੰਨਾ ਮਹਾਰਾਜ ਬਖਸ਼ਣ ਓਨਾ ਹੀ ਠੀਕ। ਮੈਂ ਵਾਹਿਗੁਰੂ ਦਾ ਬਹੁਤ ਸ਼ੁਕਰ ਕਰਦਾ ਕਿ ਵੀ ਮੈਨੂੰ ਇੰਨੇ ਮੈਂ ਜੋਗਾ ਨਹੀਂ ਸੀ ਜਿੱਥੇ ਉਹਨਾਂ ਨੇ ਲਿਆ ਕੇ ਮੈਨੂੰ ਖੜਾ ਕਰ ਦਿੱਤਾ। ਹਾਲ ਵਿੱਚ ਹੀ ਇੱਕ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਜੋਗੀ, ਜੋ ਕਿ 1984 ਦੇ ਸਿੱਖ ਨਸਲਕੁਸ਼ੀ ਦੇ ਉੱਤੇ ਬਣਾਈ ਗਈ ਹੈ। ਅਲੀ ਅਬਾਸ ਜ਼ਫਰ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਅਤੇ ਉਹਨਾਂ ਦੀ ਹੀ ਪ੍ਰੋਡਕਸ਼ਨ ਤਲੇ ਫਿਲਮ ਜਿਹੜੀ ਹੈ ਬਣਾਈ ਗਈ ਹੈ। ਦਲਜੀਤ ਦੋਸਾਂਝ ਨੇ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਹਦੇ ਨਾਲ ਹੀ ਮੁੱਖ ਭੂਮਿਕਾ ਦੇ ਨਾਲ ਹੀ ਇੱਕ ਵੱਡੀ ਭੂਮਿਕਾ ਨਿਭਾਉਣ ਵਾਲੇ ਇੱਕ ਹੋਰ ਐਕਟਰ ਜੋ ਕਿ ਅੰਮ੍ਰਿਤਸਰ ਤੋਂ ਹੀ ਨੇ, ਔਰ ਉਹਨਾਂ ਨੇ ਅੰਮ੍ਰਿਤਸਰ ਤੋਂ ਜਾ ਕੇ ਇੱਕ ਇਸ ਫਿਲਮ ਦੇ ਵਿੱਚ ਵਧੀਆ ਜਿਹੜੀ ਹੈ ਰੋਲ ਨਿਭਾਇਆ ਹੈ। ਔਰ ਆਓ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਨਾਲ ਕਿ ਕੀ ਨਾਮ ਹੈ ਉਹਨਾਂ ਦਾ, ਕਿਸ ਤਰ੍ਹਾਂ ਉਹ ਇੱਥੋਂ ਤੱਕ ਪਹੁੰਚੇ ਅਤੇ ਕੀ ਫੀਲਿੰਗਸ ਨੇ ਉਹਨਾਂ ਦੀਆਂ ਇਸ ਫਿਲਮ ਨੂੰ ਲੈ ਕੇ। ਹਾਂਜੀ ਭਾਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਭਾਜੀ ਤੁਹਾਡਾ? ਕਿਸ ਤਰ੍ਹਾਂ ਤੁਸੀਂ ਗਏ, ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ, ਕਿੱਥੋਂ ਤੱਕ ਜੋਗੀ ਤੱਕ ਕਿੱਦਾਂ ਪਹੁੰਚੇ? ਜੀ ਇਹ ਜਰਨੀ ਤਾਂ ਬਹੁਤ ਲੰਬੀ ਸੀ, ਅਤੇ ਅਗਰ ਮੈਂ ਥੋੜ੍ਹੇ ਕੁ ਲਫ਼ਜ਼ਾਂ 'ਤੇ ਇਹਨੂੰ ਕੰਬਾਈਨ ਕਰਾਂ ਤਾਂ ਪਹਿਲਾਂ ਮੈਂ ਆਪਣਾ ਨਾਮ ਦੱਸ ਦਿੰਦਾ। ਮੇਰਾ ਨਾਮ ਹੈ ਜੀ ਅਪਿੰਦਰਦੀਪ ਸਿੰਘ, ਮੈਂ 28 ਸਾਲ ਦਾ, ਅਤੇ ਅੰਮ੍ਰਿਤਸਰ ਦਾ ਹੀ ਮੇਰੀ ਜੰਮਪਲ ਹੈ, ਅਤੇ ਮੁੰਬਈ ਤੱਕ ਸਫ਼ਰ ਪਹੁੰਚਣਾ ਮੇਰਾ ਜੋਗੀ ਫਿਲਮ ਦੇ ਥਰੂ ਹੀ ਹੋਇਆ। ਮੈਂ ਜਰਸੀ ਫਿਲਮ ਦੇ ਵਿੱਚ ਐਜ਼ ਏ ਇੰਟਰਨ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ। ਉਹ ਜਰਸੀ ਫਿਲਮ ਦੇ ਹੁੰਦਿਆਂ ਹੀ ਮੈਂ ਚੰਡੀਗੜ੍ਹ ਦੇ ਵਿੱਚ ਮੈਂ ਆਡੀਸ਼ਨ ਦਿੱਤਾ ਆਪਣਾ ਜੋਗੀ ਫਿਲਮ ਦਾ,
ਸੋ ਇਹ ਪੈਂਡੇਮਿਕ ਤੋਂ ਪਹਿਲਾਂ, ਕੋਵਿਡ ਤੋਂ ਪਹਿਲਾਂ ਤੇ ਇਹ ਮੇਰੀ ਸਿਲੈਕਸ਼ਨ ਹੋਈ ਸੀ, ਤੇ ਉਸ ਤੋਂ ਬਾਅਦ ਜਦੋਂ ਕੋਵਿਡ ਖਤਮ ਹੋਇਆ ਤਾਂ ਇਹ ਫਿਲਮ ਸਟਾਰਟ ਹੋਈ, ਤੇ ਜੋਗੀ ਫਿਲਮ ਦੇ ਲਈ ਹੀ ਸਾਨੂੰ ਮੁੰਬਈ ਲੈ ਕੇ ਗਏ, ਤੇ ਫਿਰ ਇਹ ਇੱਥੋਂ ਤੱਕ ਸਫ਼ਰ ਹੁਣ ਤੈਅ ਹੋਇਆ। ਕਿਸ ਤਰ੍ਹਾਂ ਦਾ ਰੋਲ ਹੈ ਜਿਹੜਾ ਤੁਸੀਂ ਉਹਦੇ ਵਿੱਚ ਅਦਾ ਕੀਤਾ ਹੈ, ਤੇ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਆਪਦੀਆਂ ਜਿਹੜੀਆਂ ਫੀਲਿੰਗ, ਕਿਉਂਕਿ ਇੱਕ ਇਹੋ ਜਿਹਾ ਸੈਂਸਿਟਿਵ ਇਸ਼ੂ ਹੈ ਜਿਹਦੇ ਵਾਸਤੇ ਮੈਂ ਸਮਝਦਾ ਕਿ ਇਕੱਲੀ ਐਕਟਿੰਗ ਹੀ ਕਾਫੀ ਨਹੀਂ ਹੁੰਦੀ, ਇਹਦੇ ਵਿੱਚ ਇਮੋਸ਼ਨਲ ਵੀ ਇੱਕ, ਕਿਉਂਕਿ ਬੀਇੰਗ ਐਜ਼ ਅ ਸਿੱਖ ਵੀ ਉਹਦੇ ਆਪਣੀ ਇੱਕ ਇਮੋਸ਼ਨਲ ਜਿਹੜੀ ਆ ਉਹ ਵੀ ਫੀਲਿੰਗ ਨਾਲ ਉਹਦੇ ਜੁੜੀ ਹੈ ਬਹੁਤ ਵੱਡੀ। ਉਹ ਕਿਸ ਤਰ੍ਹਾਂ ਦਾ ਤੁਸੀਂ ਸਾਰਾ ਉਹਦੇ ਬਾਰੇ ਦੱਸੋ। ਹਾਂਜੀ, ਬਹੁਤ ਸਹੀ ਸਵਾਲ ਕੀਤਾ ਤੁਸੀਂ। ਜਿਹੜੇ ਇਮੋਸ਼ਨਸ ਨੇ, ਜਿੱਦਾਂ ਸਭ ਨੂੰ ਪਤਾ ਹੈ ਕਿ ਮੇਰੇ ਸਾਰੇ ਭੈਣ ਭਰਾ ਦੁਨੀਆ 'ਚ ਰਹਿੰਦੇ, ਹਰੇਕ ਨੂੰ ਪਤਾ ਹੈ ਕਿ ਵੀ ਸਾਡੇ ਨਾਲ ਕੀ ਹੋਇਆ ਸੀ, ਸਭ ਨੂੰ ਪਤਾ। ਬਟ ਇਸ ਚੀਜ਼ ਨੂੰ ਸਮਝਣ ਦੇ ਲਈ ਮੈਂ ਬਹੁਤ ਸਟੱਡੀ ਕੀਤੀ, ਮੈਂ ਬੁੱਕਸ ਪੜ੍ਹੀਆਂ, ਮੈਂ ਹੋਰ ਇਸ ਚੀਜ਼ ਬਾਰੇ ਸਟੱਡੀ ਕੀਤੀ ਕਿ ਤਾਂ ਜੋ ਮੈਂ ਇਸ ਨੂੰ ਹੋਰ ਬਾਖੂਬੀ ਇਸ ਚੀਜ਼ ਨੂੰ ਮੈਂ ਸਮਝ ਪਾਵਾਂ, ਉੱਤੋਂ ਦੇ ਹਾਲਾਤਾਂ ਨੂੰ ਸਮਝ ਪਾਵਾਂ, ਅਤੇ ਉਹ ਸਮਝ ਕੇ ਫਿਰ ਮੈਂ ਜਦੋਂ ਪਰਫੋਰਮ ਕਰਨ ਜਾਂਦਾ ਸੀ ਤਾਂ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਸੀ ਪੈਂਦੀ, ਉਹ ਖੁਦ ਬ ਖੁਦ ਉਹ ਚੀਜ਼ਾਂ ਅੰਦਰ ਹੀ ਹੁੰਦੀਆਂ ਸੀ, ਅਤੇ ਮੈਨੂੰ ਸਾਰਾ ਕੁਝ ਅਸਲੀ ਲੱਗਦਾ ਸੀ ਕਿ ਵੀ ਸ਼ਾਇਦ ਇਹ ਸਾਡੇ ਨਾਲ ਹੀ ਹੋ ਰਿਹਾ। ਅਤੇ ਵਾਹਿਗੁਰੂ ਦੀ ਕਿਰਪਾ ਨਾਲ ਵੀ ਸਭ ਦੇ ਪਿਆਰ ਸਦਕਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਗਿਆ। ਜਦੋਂ ਦੀ ਇਹ ਸਟੋਰੀ ਹੈ ਉਦੋਂ ਦੀ ਤੁਹਾਡਾ ਜਨਮ ਉਸ ਤੋਂ ਬਾਅਦ ਦਾ ਸ਼ਾਇਦ, ਹੈ ਨਾ, ਲੇਕਿਨ ਉਸ ਚੀਜ਼ ਨੂੰ ਫੀਲਿੰਗ ਲਿਆਉਣ ਵਾਸਤੇ ਕਿਹੜੇ ਐਫਰਟ ਤੁਹਾਨੂੰ ਕਰਨੇ ਪਏ, ਤੁਹਾਨੂੰ ਕਿੰਨੇ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਮਦਦ ਕੀਤੀ? ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਕੀਤੀ, ਦਲਜੀਤ ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ ਤੁਹਾਡੇ ਨਾਲ, ਮਤਲਬ ਐਜ਼ ਅ ਕੋ ਆਰਟਿਸਟ ਉਹਨਾਂ ਨੇ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ, ਜਾਂ ਸਭ ਤੋਂ ਵੱਧ ਜਿਹੜਾ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਤੁਸੀਂ ਉਸ ਫੀਲਿੰਗ 'ਚ ਪਹੁੰਚ ਸਕੇ? ਹਾਂਜੀ ਭਾਜੀ, ਬਿਲਕੁਲ ਤੁਸੀਂ ਠੀਕ ਕਹਿੰਦੇ ਪਏ ਹੋ। ਇਹ ਐਫਰਟਸ ਮੇਰੇ ਇਕੱਲੇ ਦੇ ਨਹੀਂ ਸੀ। ਇੱਕ ਜਦੋਂ ਤੁਹਾਡੀ ਟੀਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੁੰਦੀ ਹੈ ਨਾ, ਅਤੇ ਤੁਹਾਡਾ ਡਾਇਰੈਕਟਰ, ਇੰਨਾ ਵੱਡਾ ਡਾਇਰੈਕਟਰ ਜਿਨ੍ਹਾਂ ਨੇ ਸੁਲਤਾਨ ਵਰਗੀਆਂ ਫਿਲਮ ਬਣਾਈ, ਏਕਤਾ ਟਾਈਗਰ ਜ਼ਿੰਦਾ ਹੈ, ਬਾਲੀਵੁੱਡ ਦੇ ਵਨ ਆਫ ਦਾ ਬੈਸਟ ਡਾਇਰੈਕਟਰਸ ਦੇ ਵਿੱਚੋਂ ਆਉਂਦੇ ਨੇ, ਉਹਨਾਂ ਵੱਲੋਂ ਵੀ ਮੈਨੂੰ ਪੂਰੀ ਸਪੋਰਟ ਸੀ। ਉਹ ਕਹਿੰਦੇ ਸੀ ਕਿ ਵੀ ਆਪਾਂ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਡਿਸਕਰਾਈਬ ਕਰਨਾ ਸੀਨ ਨੂੰ, ਇਹ ਨਹੀਂ ਕਿ ਵੀ ਆਪਣੇ ਕਿਸੇ ਟੀਮ ਦੇ ਬੰਦੇ ਨੂੰ ਭੇਜਣਾ, ਖੁਦ ਡਿਸਕਰਾਈਬ ਕਰਨਾ ਅਤੇ ਸਾਨੂੰ ਕੰਫਰਟੇਬਲ ਕਰਨਾ। ਅਤੇ ਇੱਕ ਚੰਗੇ ਡਾਇਰੈਕਟਰ ਦੀ ਨਿਸ਼ਾਨੀ ਇਹੀ ਹੁੰਦੀ ਹੈ। ਅਤੇ ਜੇ ਮੈਂ ਗੱਲ ਕਰਾਂ ਦਲਜੀਤ ਭਾਜੀ ਦੀ, ਜਿਹੜਾ ਗੁਰਦੁਆਰੇ ਦਾ ਇੱਕ ਸੀਨ ਸੀ ਕਿ ਵੀ ਜਦੋਂ ਜੋਗੀ ਕਹਿੰਦਾ ਵੀ ਆਪਣੇ ਸਾਥੀਆਂ ਨੂੰ ਜਾਂ ਮੈਨੂੰ ਸਾਰਿਆਂ ਨੂੰ, ਜਦੋਂ ਇੱਕ ਗੁਰਦੁਆਰੇ ਦਾ ਸੀਨ ਹੈ ਕਿ ਵੀ ਹੁਣ ਤਾਂ ਲੜਨਾ ਹੀ ਪਵੇਗਾ, ਤਾਂ ਜਦੋਂ ਮੈਂ ਅੱਗੇ ਡਾਇਲੌਗ ਪਰਫੋਰਮ ਕਰਦਾ ਕਿ ਵੀ ਅਸੀਂ ਤਾਂ ਵੀ ਕੰਮ ਕਾਰ ਵਾਲੇ ਬੰਦੇ ਹਾਂ, ਅਤੇ ਉਹ ਸੀਨ ਤੋਂ ਬਾਅਦ ਮੈਂ ਭਾਜੀ ਨੂੰ ਪੁੱਛਿਆ ਕਿ ਭਾਜੀ ਠੀਕ ਕਰ ਰਿਹਾ? ਕਹਿੰਦੇ ਹਾਂਜੀ ਭਾਜੀ ਬਹੁਤ ਵਧੀਆ ਕਰ ਰਹੇ ਹੋ। ਕਿ ਵੀ ਉਹ ਜਿਹੜੀ ਚੀਜ਼ ਹੈ, ਇੱਕ ਕਿਸ ਲੈਵਲ 'ਤੇ ਬੰਦਾ ਪਹੁੰਚ ਕੇ ਇੱਕ ਸਾਹਮਣੇ ਵਾਲੇ ਇੱਕ ਬੰਦੇ ਨੂੰ ਸਪੋਰਟ ਕਰੇ, ਇਹ ਛੋਟੀ ਜਿਹੀ ਗੱਲ ਨਹੀਂ ਹੈ। ਉਹ ਸਭ ਦੇ ਸਭ ਬਹੁਤ ਡਾਊਨ ਟੂ ਅਰਥ ਨੇ, ਸਪੋਰਟਿਵ ਨੇ, ਅਤੇ ਇਸ ਸਪੋਰਟ ਦੇ ਸਦਕਾ ਹੀ ਮੈਂ ਵੀ ਇੱਥੋਂ ਤੱਕ ਪਹੁੰਚ ਪਾਇਆ। ਕੋਈ ਇਹੋ ਜਿਹਾ ਸੀਨ ਹੋਏਗਾ, ਇਸ ਸਟੋਰੀ ਲਾਈਨ ਇਸ ਤਰ੍ਹਾਂ ਦੀ ਹੈ, ਕਿਉਂਕਿ ਬਹੁਤ ਸਾਰੇ ਇਮੋਸ਼ਨਲ ਜਗ੍ਹਾ ਆਈਆਂ ਹੋਣਗੀਆਂ ਇਹੋ ਜਿਹੀਆਂ ਜਿੱਥੇ ਮੇਰੇ ਖਿਆਲ ਐਕਟਿੰਗ ਕਰਨ ਦੀ ਨਹੀਂ ਜ਼ਰੂਰਤ ਪਈ ਹੋਏਗੀ, ਉਹਦੇ ਵਿੱਚ ਤੁਹਾਡਾ ਇਮੋਸ਼ਨਲ ਜਿਹੜਾ ਹੈਗਾ ਫੀਲਿੰਗ ਜਿਹੜੀ ਹੈ ਉਹ 'ਚ ਹੋਈਆਂ ਹੋਣਗੀਆਂ, ਕੁਛ ਇੰਪਰੋਵਾਈਜ਼ੇਸ਼ਨ ਵੀ ਮੈਨੂੰ ਲੱਗਦਾ ਉਹਦੇ ਵਿੱਚ ਆਪਣੇ ਆਪ ਹੀ ਹੋਈ ਹੋਵੇਗੀ, ਕਿਉਂਕਿ ਡਾਇਰੈਕਟਰ ਜਿਹੜਾ ਦੱਸਦਾ ਉਸ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਦਿਲ ਦੇ ਨਜ਼ਦੀਕ ਹੁੰਦੀਆਂ, ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਤੁਹਾਨੂੰ ਐਕਟਿੰਗ ਦੀ ਜ਼ਰੂਰਤ ਨਹੀਂ, ਆਪਣੇ ਆਪ ਹੀ ਦਿਲੋਂ ਨਿਕਲਦੀਆਂ। ਕੋਈ ਇਹੋ ਜਿਹਾ ਮੂਮੈਂਟ, ਕੋਈ ਇਹੋ ਜਿਹਾ ਸੀਨ ਜਿਹੜਾ ਹੈਗਾ ਤੁਹਾਨੂੰ ਲੱਗਦਾ ਹੋਵੇ ਕਿ ਉਦੋਂ ਬਹੁਤ ਸਾਨੂੰ ਇਮੋਸ਼ਨਲ ਹੋ ਗਏ ਤੁਸੀਂ ਜਾਂ ਉਸ ਤਰ੍ਹਾਂ? ਹਾਂਜੀ, ਸੀ ਇੱਕ ਇਹੋ ਜਿਹਾ ਇੱਕ ਸੀਨ, ਜਦੋਂ ਤੁਸੀਂ ਦੇਖੋਗੇ, ਅਗਰ ਤੁਸੀਂ ਫਿਲਮ ਦੇਖਦੇ ਹੋ ਤਾਂ ਫਿਲਮ ਦੇ ਸ਼ੁਰੂਆਤ ਦੇ 10 ਮਿੰਟ ਦੇ ਬਾਅਦ ਹੀ ਜਦੋਂ ਫਿਲਮ ਕੋਈ 11 ਕੁ ਮਿੰਟ 'ਤੇ ਪਹੁੰਚਦੀ ਹੈ ਅਤੇ ਜੋਗੀ ਭੱਜਦਾ ਆਪਣੇ ਘਰ ਪਹੁੰਚਦਾ ਹੈ, ਉਹਦੀ ਫੈਮਿਲੀ ਉਹਨੂੰ ਮਿਲਦੀ ਨਹੀਂ, ਫਿਰ ਉਹ ਭੱਜਦਾ ਆਪਣੀ ਭੈਣ ਦੇ ਘਰ ਜਾਂਦਾ। ਉੱਥੇ ਕੀ ਦੇਖਦਾ ਕਿ ਵੀ ਉਹਦੀ ਭੈਣ ਸ਼ਰਟ ਸੀਂਦੀ ਪਈ ਹੈ, ਉਹਦੀ ਭੈਣ ਦੇ ਘਰ ਵਾਲੇ ਦੀ, ਉਹਦੇ ਜੀਜੇ ਦੀ, ਆਲਰੇਡੀ ਦੁਕਾਨ ਦੇ ਵਿੱਚ ਉਹਨੂੰ ਵੀ ਅੱਗ ਲਗਾ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਅਤੇ ਇਸ ਚੀਜ਼ ਦਾ ਦੁੱਖ ਇੱਕ ਭੈਣ ਭਰਾ ਨੂੰ ਬਹੁਤ ਵੱਡਾ ਦੁੱਖ ਹੁੰਦਾ। ਅਤੇ ਉਹ ਜਿਹੜਾ ਸੀਨ ਸੀ ਉਹਦੇ ਵਿੱਚ ਇੱਕ ਪਾਸੇ ਸਾਰੀ ਫੈਮਿਲੀ ਬੈਠੀ ਸੀ ਅਤੇ ਮੈਨੂੰ ਉਹਦੇ ਓਪੋਜ਼ਿਟ ਮੈਨੂੰ ਬਿਠਾ ਦਿੱਤਾ ਗਿਆ ਇੱਕ ਮੰਜੇ 'ਤੇ, ਅਤੇ ਸਰ ਸਭ ਨੂੰ ਸੀਨ ਡਿਸਕਰਾਈਬ ਕਰਦੇ ਪਏ ਸੀਗੇ, ਅਤੇ ਮੈਂ ਸਰ ਨੂੰ ਸਹਿ ਸੁਭਾਈ ਪੁੱਛ ਲਿਆ, ਮੈਂ ਕਿਹਾ ਸਰ ਡੂ ਯੂ ਵਾਂਟ ਮੀ ਟੂ ਡੂ ਐਨੀਥਿੰਗ, ਵੀ ਤੁਸੀਂ ਚਾਹੁੰਦੇ ਹੋ ਵੀ ਮੈਂ ਕੁਛ ਕਰਾਂ, ਕਿਉਂਕਿ ਮੇਰਾ ਉਸ ਜਗ੍ਹਾ 'ਤੇ ਡਾਇਲੋਗ ਕੋਈ ਨਹੀਂ ਸੀ। ਅਤੇ ਸਰ ਮੈਨੂੰ ਕਹਿੰਦੇ ਕਿ ਵੀ ਬਿਲਕੁਲ ਸ਼ੌਕਡ ਹੋ ਤੁਸੀਂ, ਕਿਉਂਕਿ ਤੁਹਾਡੀ ਜਿਹੜੀ ਸਿਸਟਰ ਦਾ ਘਰ ਵਾਲਾ ਉਹਦੀ ਡੈਥ ਹੋ ਚੁੱਕੀ ਹੈ। ਅਤੇ ਫਿਰ ਉਹ ਮੇਰੇ ਕੋਲ ਕੋਈ 10 ਕੁ ਸੈਕਿੰਡ ਸੀ ਇੰਪਰੋਵਾਈਜ਼ ਕਰਨ ਦੇ, ਅਤੇ ਉਹ ਸੀਨ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਇੱਕ ਸੀਨ ਹੈ ਜਦੋਂ
ਡੈਥ ਹੋ ਚੁੱਕੀ ਆਪਣੇ ਘਰ ਵਾਲੇ ਦੀ, ਉਹ ਫਿਰ ਵੀ ਸ਼ਰਟ ਸੀਂਦੀ ਪਈ ਹੈ ਕਿ ਵੀ ਉਹਦੇ ਬੱਚੇ ਦਾ ਬਰਥਡੇ ਆ, ਕਿ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵੀ ਮੈਂ ਆ ਕੇ ਇਹ ਨਵੀਂ ਸ਼ਰਟ ਹੀ ਪਾਊਂਗਾ ਮੈਂ, ਅਤੇ ਮੈਂ ਉਹਨਾਂ ਵਾਸਤੇ ਸ਼ਰਟ ਸੀਂਦੀ ਪਈ ਹਾਂ। ਉਹ ਟ੍ਰੈਜਡੀ ਦੇ ਥਰੂ ਉਹ ਗੁਜ਼ਰਦੀ ਪਈ ਆ ਅਤੇ ਮੇਰਾ ਧਿਆਨ ਉਹ ਸ਼ਰਟ ਦੇ ਵੱਲ ਹੈ। ਮੈਂ ਉਹ ਦੁੱਖ ਬਿਆਨ ਨਹੀਂ ਕਰ ਸਕਦਾ ਜੀ। ਮੈਂ ਵੜ ਗਿਆ ਸੀ ਸੀਨ ਦੇ ਵਿੱਚ, ਵੜ ਗਿਆ ਸੀ। ਇਹ ਕੁਛ ਐਕਟਿੰਗ ਕਰਨ ਦੀ ਲੋੜ ਨਹੀਂ ਹੁੰਦੀ, ਅਤੇ ਉਹ ਸੀਨ ਦੇ ਵਿੱਚ ਬਿਨਾਂ ਡਾਇਲੋਗਸ ਤੋਂ ਹੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਉਹ ਦੁੱਖ, ਇਮੋਸ਼ਨਸ ਉਹ ਤੁਹਾਨੂੰ ਫੀਲ ਕਰਨ ਨੂੰ ਮਿਲਣਗੀਆਂ। ਤੁਸੀਂ ਪੜ੍ਹਾਈ ਮੇਰੇ ਖਿਆਲ ਇੰਜੀਨੀਅਰਿੰਗ ਕੀਤੀ ਹੈ, ਜਿੱਥੋਂ ਤੱਕ ਮੈਨੂੰ ਪਤਾ ਲੱਗਾ, ਸਿਵਲ ਦੀ, ਅਤੇ ਐਕਟਿੰਗ 'ਚ ਕਿਸ ਤਰ੍ਹਾਂ ਆਇਆ? ਜਿਹੜਾ ਤੁਸੀਂ ਸੀਨ ਐਵਲੀ ਕੀਤੀ ਹੈ, ਕਿਉਂਕਿ ਤੁਹਾਡੇ ਮਤਲਬ ਬਰਥ ਤੋਂ ਪਹਿਲੇ ਦੀ ਹੈ ਸਾਰੀ ਸਟੋਰੀ, ਕੁਝ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਤੁਹਾਨੂੰ ਫਿਲਮ 'ਚ ਪਤਾ ਲੱਗੀਆਂ ਹੋਣਗੀਆਂ ਸਟੋਰੀ ਦੇ ਵਿੱਚ, ਕਿ ਵੀ ਇਸ ਤਰ੍ਹਾਂ ਵੀ ਹੋਇਆ ਸੀ। ਇੱਥੋਂ ਤੱਕ ਹਾਲਾਤ ਜਿਹੜੇ ਆ ਉਹ ਮਾੜੇ ਹੋਏ ਸੀ, ਸੁਣਿਆ ਤੇ ਸਾਰਿਆਂ ਨੇ, ਲੇਕਿਨ ਜਦੋਂ ਅਸੀਂ ਇੱਕ ਮੂਵੀ ਜਾਂ ਕੋਈ ਇਹੋ ਜਿਹੀ ਕਿਤਾਬ ਲਿਖਦੇ ਹਾਂ, ਉਹਦੇ ਵਿੱਚ ਬਹੁਤ ਸਾਰੀਆਂ ਬਰੀਕੀਆਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ, ਜਿਹੜੀਆਂ ਕਿ ਪਹਿਲੇ ਨਹੀਂ ਸੁਣੀਆਂ ਹੁੰਦੀਆਂ ਜਾਂ ਨਹੀਂ ਪਤਾ ਹੁੰਦੀਆਂ ਸਾਨੂੰ। ਉਹ ਕਿਹੜੀਆਂ ਸੀਗੀਆਂ ਅਤੇ ਉਹਦੇ ਵਿੱਚ ਸੁਣ ਕੇ ਕਿੱਦਾਂ ਤੁਹਾਨੂੰ ਮਤਲਬ ਫੀਲ ਹੋਇਆ? ਬਹੁਤ ਮੰਦਭਾਗਾ ਹੋਇਆ ਸੀ ਜੀ। ਮੇਰਾ ਜਨਮ 1994 ਦਾ, ਤਕਰੀਬਨ ਪੂਰੇ 10 ਸਾਲ ਪਹਿਲੇ ਇਹ ਦੁਖਦਾਈ ਘਟਨਾ ਵਾਪਰੀ ਸੀ, ਅਤੇ ਸ਼ਾਇਦ ਮੈਨੂੰ ਦੱਸਣ ਦੀ ਵੀ ਲੋੜ ਨਹੀਂ, ਸਾਰੇ ਮੇਰੇ ਭੈਣ ਭਰਾ ਜਿਹੜੇ ਪੂਰੇ ਦੁਨੀਆ 'ਚ ਬੈਠੇ ਨੇ, ਹਰੇਕ ਦੇ ਨਾਲ ਇਹ ਕਿਸੇ ਨਾ ਕਿਸੇ ਉਹਦੇ ਪਰਿਵਾਰਿਕ ਮੈਂਬਰ ਦੇ ਨਾਲ ਇਹ ਹਾਦਸਾ ਵਾਪਰਿਆ ਸੀ। ਅਤੇ ਬਸ ਮੈਨੂੰ ਬੁੱਕਸ ਪੜ੍ਹਦਿਆਂ, ਮੈਨੂੰ ਇਨਫੋਰਮੇਸ਼ਨ ਇਕੱਠੀ ਕਰਦਿਆਂ ਕਈ ਵਾਰੀ ਮੈਂ ਵੀ ਰੋ ਪੈਂਦਾ ਸੀ ਕਿ ਵੀ ਇੰਨਾ ਮਾੜਾ ਕਿੱਦਾਂ ਹੋ ਸਕਦਾ, ਅਤੇ ਬਟ ਫਿਰ ਵੀ ਦੁੱਖ ਹੈ। ਅਤੇ ਇਹ ਸਭ ਚੀਜ਼ਾਂ ਨੂੰ ਹੋਮਵਰਕ ਕਰਦਿਆਂ, ਸਟੱਡੀ ਕਰਦਿਆਂ ਮੈਨੂੰ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲੀਆਂ, ਅਤੇ ਮੈਨੂੰ ਬਸ ਉਹਨਾਂ ਤੋਂ ਨਵੀਂ ਚੀਜ਼ ਇਹੀ ਸਿੱਖਣ ਨੂੰ ਮਿਲੀ ਹੈ, ਜੋ ਮੈਨੂੰ ਪਤਾ ਲੱਗੀ ਹੈ ਕਿ ਵੀ ਇਮੋਸ਼ਨਸ ਕੀ ਸੀ ਉਸ ਟਾਈਮ 'ਤੇ। ਕਿਉਂਕਿ ਜੋ ਆਪਾਂ ਸੁਣਦੇ ਹਾਂ, ਦੇਖਦੇ ਹਾਂ, ਜੋ ਆਪਾਂ ਸਾਰਿਆਂ ਨੇ ਸੁਣਿਆ, ਉਹ ਤਾਂ ਪਤਾ ਹੀ ਹੈ। ਜਦੋਂ ਤੁਸੀਂ ਪੜ੍ਹਦੇ ਹੋ ਇੱਕ ਚੀਜ਼ ਬਾਰੇ, ਇੱਕ ਸਬਜੈਕਟ ਦੇ ਉੱਪਰ ਕੰਮ ਕਰਦੇ ਹੋ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਵੀ ਹਾਂ ਦੁੱਖ ਕੀ ਸੀ। ਚਾਰ ਚੁਫੇਰਿਓਂ ਇਸ ਫਿਲਮ ਦੀ ਜਿਹੜੀ ਆ ਉਹ ਜਿਹੜੀ ਹੈ ਕਾਫੀ ਤਾਰੀਫ ਹੋ ਰਹੀ ਹੈ, ਚਾਹੇ ਉਹ ਕ੍ਰਿਟਿਕਸ ਨੇ, ਚਾਹੇ ਉਹ ਲੇਖਕ ਨੇ, ਚਾਹੇ ਉਹ ਫਿਲਮਕਾਰ ਨੇ, ਜਿਹੜੇ ਜਾਂ ਵਿਊਅਰ ਨੇ, ਹੈ ਨਾ, ਚਾਰੇ ਪਾਸੇ ਫਿਲਮ ਦੀ ਜਿਹੜੀ ਹੈ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਦਲਜੀਤ ਦੋਸਾਂਝ ਜਿਹੜੇ ਹੀਰੋ ਨੇ ਫਿਲਮ ਦੇ, ਉਹਨਾਂ ਨੂੰ ਲੈ ਕੇ ਓਵਰਆਲ ਸਾਰੇ ਜਿੰਨੇ ਕਰੈਕਟਰ ਨੇ ਤੁਹਾਡੇ ਵਰਗੇ, ਕੱਲ੍ਹ ਨੂੰ ਫਿਲਮ ਨੂੰ ਕੋਈ ਅਵਾਰਡ ਮਿਲਦਾ ਜਾਂ ਤੁਹਾਨੂੰ ਕੋਈ ਕਰੈਕਟਰ ਨੂੰ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ, ਅਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਫੀਲਿੰਗ ਆਏਗੀ? ਕਿਉਂਕਿ ਇਹ ਬਹੁਤ ਦਿਲ ਦੇ ਨਜ਼ਦੀਕ ਹੋਏਗੀ ਮੈਨੂੰ ਲੱਗਦਾ ਤੁਹਾਡੇ। ਹਾਂਜੀ, ਮੈਂ ਇਸ ਤੋਂ ਪਹਿਲਾਂ ਮੈਂ ਦੱਸਾਂ, ਮੇਰੀ ਜੋ ਸ਼ੁਰੂਆਤ ਹੈ, ਤੁਹਾਡਾ ਪਹਿਲਾ ਕੁਐਸਚਨ ਸੀਗਾ ਕਿ ਵੀ ਐਜੂਕੇਸ਼ਨ, ਮੈਂ ਸਿਵਲ ਇੰਜੀਨੀਅਰਿੰਗ ਮੈਂ ਡਿਪਲੋਮਾ ਕੀਤਾ ਸੀ, ਉਸ ਤੋਂ ਬਾਅਦ ਮੈਂ ਡਿਗਰੀ ਕੀਤੀ। ਸਮਝਦਿਆਂ ਹੌਲੀ ਕਿ ਵੀ ਮੈਂ ਕਰਨਾ ਕੀ ਚਾਹੁੰਦਾ, ਬਣਨਾ ਕੀ ਚਾਹੁੰਦਾ, ਬਟ ਰਸਤਾ ਕੋਈ ਨਹੀਂ ਸੀ ਲੱਭਦਾ। ਉਹ ਵਾਹਿਗੁਰੂ ਨੇ ਸ਼ਾਇਦ ਉੱਪਰ ਰਸਤੇ ਬਣਾਏ ਸੀ, ਕੁਝ ਲਿਖਿਆ ਸੀ। ਹੌਲੀ ਕਰਦਿਆਂ ਮੈਨੂੰ ਇੱਕ ਫਿਲਮ ਮਿਲੀ। ਮੈਂ ਇੱਕ ਫਿਲਮ ਦਾ ਆਡੀਸ਼ਨ ਦਿੱਤਾ, ਮੇਰੀ ਜ਼ਿੰਦਗੀ ਦੀ ਪਹਿਲੀ ਪਿਕਚਰ ਸੀ। ਇਸ ਤੋਂ ਪਹਿਲਾਂ ਮੈਂ ਕੁਝ ਸੌਂਗਸ ਵਿੱਚ ਕੰਮ ਕਰ ਚੁੱਕਾ ਸੀ, ਅਤੇ ਫਿਲਮ ਮੇਰੀ ਪਹਿਲੀ ਸੀ। ਰਣਦੀਪ ਹੁੱਡਾ ਜੀ ਦੀ, ਰਾਜਕੁਮਾਰ ਸੰਤੋਸ਼ੀ ਡਾਇਰੈਕਟਰ ਜੀ ਦੀ ਬੈਟਲ ਆਫ ਸਾਰਾਗੜੀ। ਉਹ ਫਿਲਮ ਬਾਰੇ ਹਰੇਕ ਨੂੰ ਪਤਾ ਕਿ ਵੀ ਰਣਦੀਪ ਹੁੱਡਾ ਜੀ ਮੇਰੇ ਉਸਤਾਦ ਨੇ। ਮੈਂ ਸਭ ਕੁਝ ਉਹਨਾਂ ਤੋਂ ਹੀ ਸਿੱਖਿਆ। ਉਹਨਾਂ ਨੇ ਪਰਸਨਲੀ ਮੈਨੂੰ ਹਜੇ ਵੀ ਮੈਨੂੰ ਗਾਈਡ ਕਰਦੇ ਆ ਉਹ ਕਿ ਵੀ ਕੀ ਚੰਗਾ ਕੀ ਮਾੜਾ, ਅਤੇ ਬਸ ਇਹ ਸਭ ਉਹਨਾਂ ਦੀ ਦੇਣ ਹੈ। ਅਤੇ ਉਹ ਫਿਲਮ ਕੁਝ ਕਾਰਨਾਂ ਕਰਕੇ ਨਹੀਂ ਬਣ ਪਾਈ। ਬਣ ਜਾਂਦੀ ਤਾਂ ਸ਼ਾਇਦ ਬਹੁਤ ਵਧੀਆ ਹੁੰਦਾ, ਇੱਕ ਬਹੁਤ ਚੰਗੇ ਸਬਜੈਕਟ ਦੇ ਉੱਪਰ ਪ੍ਰੋਜੈਕਟ ਬਾਹਰ ਆ ਜਾਂਦਾ, ਬਟ ਉਹ ਨਹੀਂ ਬਣ ਪਾਈ। ਅਤੇ ਇਹ ਕੁਝ 6 ਸਾਲ ਦਾ ਕੋਈ ਕਮਬੈਕ ਹੈ ਜਿਹੜਾ ਮੈਂ ਕੀਤਾ। 2016 'ਚ ਉਹ ਮੂਵੀ ਅਨਾਊਂਸ ਹੋਈ ਸੀ, ਨੋਟਬੰਦੀ ਕਾਰਨ 1.5 ਸਾਲ ਬਾਅਦ ਸ਼ੂਟ ਹੋਈ, ਫਿਰ ਬੰਦ ਹੋ ਗਈ। ਬਟ ਚਲੋ ਖੈਰ, ਉਹ ਵਾਹਿਗੁਰੂ ਨੇ ਉੱਪਰ ਕੁਛ ਨਾ ਕੁਛ ਲਿਖਿਆ ਸੀ। 6 ਸਾਲ ਬਾਅਦ ਮੈਂ ਕਮਬੈਕ ਕੀਤਾ, ਅਤੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ, ਅਤੇ ਦਿਲ ਦੇ ਤਾਂ ਬਹੁਤ ਕਰੀਬ ਹੈ, ਕਿਉਂਕਿ ਇਸ ਦੇ ਲਈ ਮਹਾਰਾਜ ਨੇ ਆਪ ਹੀ ਸੋਝੀ ਦੇ ਕੇ ਜਾਨ ਲਵਾਈ ਹੈ ਪੂਰੀ। ਅਤੇ ਅਗਰ ਇਸ ਫਿਲਮ ਨੂੰ ਕੋਈ ਅਵਾਰਡ ਮਿਲਦਾ ਤਾਂ ਮੇਰੇ ਲਈ ਇਸ ਤੋਂ ਮਾਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਮੈਂ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਅਗਰ ਕਿਸੇ ਨੂੰ ਛੋਟੀ ਜਿਹੀ ਕੋਸ਼ਿਸ਼ ਵੀ ਪਸੰਦ ਆਉਂਦੀ ਹੈ ਤਾਂ ਮੈਂ ਬਹੁਤ ਇਹਦੇ 'ਚ ਮੇਰੀ ਬਹੁਤ ਖੁਸ਼ੀ ਹੋਏਗੀ। ਮੈਂ ਹਜੇ ਇਸ ਤੋਂ ਅੱਗੇ ਤਾਂ ਮੈਂ ਸੋਚਿਆ ਨਹੀਂ ਕਿ ਇਸ ਕਰੈਕਟਰ ਨੂੰ ਅਵਾਰਡ ਮਿਲਣਗੇ ਕਿ ਨਹੀਂ, ਕਿਉਂਕਿ ਹਜੇ ਹੌਲੀ ਤੁਰ ਰਹੀ ਹੈ। ਇੰਨੀ ਵੱਡੀ ਛਾਲ ਮਾਰਨ ਦਾ ਹਜੇ ਮੈਂ ਸੋਚਿਆ ਨਹੀਂ, ਅਤੇ ਜਿੰਨਾ ਮਹਾਰਾਜ ਬਖਸ਼ਣ ਓਨਾ ਹੀ ਠੀਕ।
ਤੁਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹੋ? ਕਿਉਂਕਿ ਇਸ ਸਬਜੈਕਟ ਨੂੰ ਜਿਹੜਾ ਹਰ ਇੱਕ ਨੂੰ ਨਹੀਂ ਮਿਲਦਾ ਚਾਂਸ ਇੱਕਦਮ। ਇੱਕ ਤਾਂ ਪਹਿਲੇ ਮਤਲਬ OTT ਐਪਸ ਹੋਵੇ ਜਾਂ ਕੁਝ ਹੋਵੇ, ਇਸ ਜਿਹੜੀ ਲਾਈਨ ਦੇ ਵਿੱਚ ਇੱਕਦਮ ਚਾਂਸ ਨਹੀਂ ਮਿਲਦਾ। ਦੂਸਰਾ ਤੁਹਾਨੂੰ ਚਾਂਸ ਮਿਲਿਆ ਇਹੋ ਜਿਹੇ ਸਬਜੈਕਟ 'ਤੇ ਮਿਲਿਆ ਜਿਹੜਾ ਕਿ ਵਾਕਈ ਪੂਰੇ ਸਿੱਖ ਜਾਤੀ ਦੇ ਜਾਂ ਸਿੱਖ ਧਰਮ ਦੇ ਨਾਲ ਬਹੁਤ ਨਜ਼ਦੀਕੀ ਦੇ ਨਾਲ, ਦਿਲਾਂ ਦੇ ਨਾਲ ਸੰਬੰਧ ਰੱਖਦਾ ਸੀ। ਤੀਜਾ ਜਿਹੜੀ ਮੈਂ ਗੱਲ ਕਰਨੀ ਚਾਹਾਂਗਾ ਕਿ ਹੁਣ ਅੱਗੇ ਦੀ ਜਿਹੜੀ ਹੈ ਉਹ ਪਲੈਨਿੰਗ ਕੀ ਹੈ? ਹਾਂਜੀ, ਇਹ ਤੁਸੀਂ ਬਿਲਕੁਲ ਸਹੀ ਕਿਹਾ ਕਿ ਵੀ ਇਹ OTT ਪਲੇਟਫਾਰਮ 'ਤੇ ਹਰੇਕ ਨੂੰ ਮੌਕਾ ਨਹੀਂ ਮਿਲਦਾ। ਇਹ ਜੋਗੀ ਨੈਟਫਲਿਕਸ ਦੀ ਜੋ ਫਿਲਮ ਹੈ, ਇਹ ਮੈਂ ਲੱਕੀ ਹੀ ਮਹਿਸੂਸ ਕਰਦਾ। ਮੈਂ ਜਰਸੀ ਫਿਲਮ ਐਜ਼ ਏ ਟ੍ਰੇਨਿੰਗ ਦੇ ਉੱਪਰ ਸੀਗਾ। ਮੈਂ ਜੋ ਜਰਸੀ ਫਿਲਮ ਸ਼ਾਹਿਦ ਕਪੂਰ ਦੀ ਫਿਲਮ ਸੀ, ਉਹਦੇ ਵਿੱਚ ਮੈਂ ਟ੍ਰੇਨਿੰਗ ਦੇ ਵਿੱਚ ਸੀ ਚੰਡੀਗੜ੍ਹ। ਉਹ ਟ੍ਰੇਨਿੰਗ ਦੇ ਦੌਰਾਨ ਹੀ ਮੈਨੂੰ ਮੌਕਾ ਮਿਲਿਆ ਇਸ ਫਿਲਮ ਦੇ ਵਿੱਚ ਆਡੀਸ਼ਨ ਦੇਣ ਦਾ, ਅਤੇ ਉਹ ਆਡੀਸ਼ਨ ਦੇ ਦਿੱਤਾ। ਅਤੇ ਹੋਇਆ ਇੱਦਾਂ ਕਿ ਵੀ ਉਹਨਾਂ ਨੂੰ ਚਾਹੀਦਾ ਸੀ ਕੋਈ 5-6 ਸਾਲ ਵੱਡਾ ਭਰਾ, ਅਤੇ ਕੋਈ 32 ਇਅਰਸ ਦੇ ਅਰਾਊਂਡ, ਅਤੇ ਮੇਰੀ ਉਮਰ ਸੀ ਕੋਈ 27 ਸਾਲ ਦੇ ਆਸ-ਪਾਸ, 26-27 ਦੇ ਆਸ-ਪਾਸ। ਅਤੇ ਉਹਨਾਂ ਨੂੰ ਆਡੀਸ਼ਨ ਤਾਂ ਬਹੁਤ ਪਸੰਦ ਆਇਆ, ਬਟ ਉਹਨਾਂ ਨੇ ਖੁਦ ਮੈਨੂੰ ਇੰਨੀ ਗੱਲ ਕਹਿ ਦਿੱਤੀ ਕਿ ਵੀ ਭਾਜੀ ਵੀ ਆਰ ਵੈਰੀ ਓਨੈਸਟ, ਕਿ ਵੀ ਵਿਲ ਓਨੈਸਟ ਵਿਦ ਯੂ, ਆਪਾਂ ਕਰੈਕਟਰ ਤਾਂ ਲੱਭ ਰਹੇ ਹਾਂ, ਤੁਹਾਡਾ ਕਰੈਕਟਰ ਬਹੁਤ ਵਧੀਆ ਲੱਗਾ ਸਾਨੂੰ, ਬਟ ਤੁਹਾਡੀ ਜਿਹੜੀ ਲੁੱਕ ਹੈ ਉਹ ਸਾਨੂੰ ਐਲਡਰ ਬ੍ਰਦਰ ਦੀ ਨਹੀਂ ਜਾ ਰਹੀ, ਕਿਉਂਕਿ ਅਸੀਂ ਬ੍ਰਦਰ ਲੱਭ ਰਹੇ ਹਾਂ 32 ਸਾਲ ਦਾ, ਅਤੇ ਤੁਸੀਂ ਛੋਟੇ ਹੋ ਜਾਓ। ਠੀਕ ਹੈ ਜੀ, ਕੋਈ ਗੱਲ ਨਹੀਂ। ਅਤੇ ਮੈਂ ਛੱਡ ਦਿੱਤਾ ਵੀ ਮੈਂ ਚਲੋ ਖਿਆਲ ਨਿਰਾਸ਼ ਹੋ ਕੇ ਕਿ ਵੀ ਚਲੋ ਰਿਕੁਆਇਰਮੈਂਟ ਮੇਰੀ ਮੈਚ ਨਹੀਂ ਕੀਤੀ। ਮੈਂ ਘਰ ਚਲਾ ਗਿਆ, ਅਤੇ ਕੁਝ ਇੱਕ ਹਫ਼ਤੇ ਬਾਅਦ ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ ਆਡੀਸ਼ਨ ਵਾਸਤੇ, ਮੇਰੇ ਦੋਸਤ ਸੀ, ਮਿੱਤਰ ਸੀ ਮੇਰੇ, ਗੌਰਵ ਗੌਤਮ, ਬਹੁਤ ਚੰਗੇ ਆਰਟਿਸਟ ਨੇ ਉਹ ਵੀ। ਅਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵੀਰੇ ਖਿੱਚ ਤਿਆਰੀ, ਸਿਲੈਕਸ਼ਨ ਹੋ ਰਹੀ ਹੈ। ਅਤੇ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੈਨੂੰ ਮਨਾ ਕਰ ਦਿੱਤਾ ਸੀਗਾ, ਅਤੇ ਵੀ ਇਹ ਕਿੱਦਾਂ ਹੋ ਗਿਆ? ਕਹਿੰਦੇ ਨਹੀਂ, ਸਕ੍ਰਿਪਟ ਵਿੱਚ ਭਰਾ 32 ਸਾਲ ਦਾ ਸੀ ਪਹਿਲੀ ਰਿਕੁਆਇਰਮੈਂਟ। ਉਹਨਾਂ ਨੇ ਡਾਇਰੈਕਟਰ ਨੇ ਤੇਰਾ ਜਦੋਂ ਆਡੀਸ਼ਨ ਦੇਖਿਆ, ਉਹਨਾਂ ਨੇ ਸਕ੍ਰਿਪਟ ਦੇ ਵਿੱਚ ਚੇਂਜਿਸ ਕਰ ਦਿੱਤੀਆਂ ਕਿ ਵੀ ਜਿਹੜਾ ਭਰਾ ਆ ਉਹਦੇ ਵਿੱਚ, ਜੋਗੀ ਦੇ ਵਿੱਚ ਅਤੇ ਭਰਾ ਦੇ ਵਿੱਚ 1 ਸਾਲ ਦਾ ਫ਼ਰਕ ਦਿਖਾ ਦਿੱਤਾ, ਕਿਉਂਕਿ ਉਹ ਜੋ ਲੱਭਦੇ ਸੀ ਸ਼ਾਇਦ ਉਹਨਾਂ ਨੂੰ ਮਿਲ ਗਿਆ। ਮੇਰੇ ਲਈ ਵੀ ਇੱਕ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਵੀ ਮੈਂ ਕੌਣ ਆ, ਵੀ ਮੈਂ ਹਜੇ ਤੁਰਿਆ ਵੀ ਨਹੀਂ, ਇੰਨਾ ਵੱਡਾ ਬਾਲੀਵੁੱਡ ਦਾ ਡਾਇਰੈਕਟਰ ਉਹ ਕਿਉਂ ਚੇਂਜ ਕਰੇਗਾ? ਮੈਂ ਮੰਨਿਆ ਨਹੀਂ, ਮੈਂ ਕਿਹਾ ਨਹੀਂ, ਮਜ਼ਾਕ ਕਰਦੇ ਹੋ ਤੁਸੀਂ, ਕਿਸੇ ਹੋਰ ਦਿਨ ਮਜ਼ਾਕ ਕਰੋ, ਵੀ ਮੇਰਾ ਮੂਡ ਠੀਕ। ਰੋਲ ਜਦੋਂ ਮਿਲਿਆ ਤੁਹਾਨੂੰ ਯਕੀਨ ਨਹੀਂ ਹੋਇਆ ਵੀ ਹੋ ਗਿਆ? ਨਾ ਜੀ ਨਾ, ਮੈਂ ਯਕੀਨ ਕਿੱਥੇ ਆਉਂਦਾ ਬੰਦੇ ਨੂੰ। ਅਤੇ ਵੀ ਮੈਂ ਜਿਸ ਐਕਟਰ ਨੇ ਕਦੀ ਮੇਰੇ ਵਰਗੇ ਇੱਕ ਸਟਰਗਲਿੰਗ ਐਕਟਰ ਨੇ ਕਦੀ ਕੋਈ ਉਹਦਾ ਕੰਮ ਬਾਹਰ ਹੀ ਨਹੀਂ ਆਇਆ, ਉਹ ਮੇਰੇ ਕਰਕੇ ਕਿਉਂ ਉਹ ਸਕ੍ਰਿਪਟ ਚੇਂਜ ਕਰਨਗੇ? ਬਟ ਜਦੋਂ ਮੈਨੂੰ ਆਫੀਸ਼ੀਅਲੀ ਮੈਨੂੰ ਕਾਲ ਆਈ ਕਿ ਵੀ ਤੁਸੀਂ ਸਿਲੈਕਟ ਹੋ ਗਏ ਇਸ ਰੋਲ ਵਾਸਤੇ, ਤਾਂ ਇਹ ਮੇਰੇ ਲਈ ਟੋਟਲੀ ਅਨਐਕਸਪੈਕਟਿਡ ਸੀ। ਇਹ ਮੈਂ ਤਾਂ ਬਿਲਕੁਲ ਨਹੀਂ ਸੀ ਸੋਚਿਆ। ਇਹਦੇ ਲਈ ਮੈਂ ਵਾਹਿਗੁਰੂ ਦਾ ਬਹੁਤ ਸ਼ੁਕਰ ਕਰਦਾ ਕਿ ਵੀ ਮੈਨੂੰ ਮੈਂ ਜੋਗਾ ਨਹੀਂ ਸੀ ਜਿੱਥੇ ਉਹਨਾਂ ਨੇ ਲਿਆ ਕੇ ਮੈਨੂੰ ਖੜਾ ਕਰ ਦਿੱਤਾ। ਤੁਸੀਂ ਮੂਵੀ ਕੀਤੀ ਹੈ, ਦਰਦ ਸਾਰਿਆਂ 'ਚ ਹਿਰਦਿਆਂ 'ਚ ਹਾਲੇ ਵੀ ਹੈਗਾ। ਜਦੋਂ ਵੀ ਬਰਸੀ ਆਉਂਦੀ ਹੈ ਸਾਰਿਆਂ ਦੇ ਦਰਦ ਫੇਰ ਜਾਗਦਾ। ਵੈਸੇ ਜਿਨ੍ਹਾਂ ਨਾਲ ਬੀਤੀ ਹੈ ਉਹਨਾਂ ਨਾਲ ਤਾਂ ਦਰਦ ਕਦੀ ਵੀ ਨਹੀਂ ਜਾ ਸਕਦਾ, ਲੇਕਿਨ ਤੁਸੀਂ ਦੇਖਦੇ ਹੋ ਕਿ ਇੰਨੇ ਸਾਲ ਹੋ ਗਏ ਤੁਹਾਡੇ ਜਨਮ ਤੋਂ ਪਹਿਲੇ, 10 ਸਾਲ ਪਹਿਲੇ ਦਾ ਜਿਹੜਾ ਸਾਕਾ ਹੋਇਆ, ਜਿਹੜਾ ਨਸਲਕੁਸ਼ੀ, ਪਹਿਲੇ ਇਹਨੂੰ ਦੰਗੇ ਕਿਹਾ ਗਿਆ ਸੀ, ਫਿਰ ਇਹਨੂੰ ਨਸਲਕੁਸ਼ੀ ਦਾ ਜਿਹੜਾ ਦਰਜਾ ਦਿੱਤਾ ਗਿਆ। ਤੁਸੀਂ ਸਮਝਦੇ ਵੀ ਇੰਨੇ ਸਾਲ ਹੋ ਗਏ ਹਾਲੇ ਜਿਹੜਾ ਨਿਆਂ ਹੀ ਨਹੀਂ ਜਿਹੜਾ ਪੂਰਾ ਹੋ ਸਕਿਆ? ਕਿੱਦਾਂ ਸਮਝਦੇ ਹੋ? ਆਪਣੇ ਮਨ 'ਚ ਤੁਹਾਡੇ ਕੀ ਵੱਲ ਹੋਇਆ? ਤੁਸੀਂ ਵੀ ਯੰਗ ਹੋ, ਤੁਹਾਡੇ ਮਨ 'ਚ ਕੀ ਖਿਆਲ ਆਉਂਦਾ ਵੀ ਇਹ ਸਾਰੇ ਘਟਨਾਕ੍ਰਮ ਨੂੰ ਲੈ ਕੇ ਹੁਣ ਤੱਕ ਸਿਨਾਰੀਓ ਜਿਹੜਾ ਹੈਗਾ? ਬੜਾ ਮੰਦਭਾਗਾ ਜੀ, ਇਹ ਸਿਰਫ ਸਿੱਖਾਂ ਦੇ ਨਾਲ ਨਹੀਂ, ਮੈਂ ਤਾਂ ਕਹਿੰਦਾ ਇਹ ਮਾਨਵਤਾ ਦੇ ਨਾਲ ਧੱਕਾ ਸੀ। ਅਤੇ ਮੈਂ ਤਾਂ ਸਭ ਨੂੰ ਦੁੱਖ ਦਾ ਪਤਾ, ਮੈਂ ਤਾਂ ਛੋਟਾ ਜਿਹਾ ਨਿਮਾਣਾ ਜਿਹਾ ਬੰਦਾ, ਮੈਂ ਕੀ ਹੀ ਕਹਿ ਸਕਦਾ, ਇਹ ਤਾਂ ਸਾਰੀ ਦੁਨੀਆ ਨੂੰ ਪਤਾ। ਕਿ ਪਰ ਤੁਹਾਡੀਆਂ ਆਪਣੀਆਂ ਫੀਲਿੰਗਸ ਹੋਣਗੀਆਂ ਨਾ ਵੀ ਯਾਰ ਇੰਨਾ ਮਾੜਾ ਹੋਇਆ, ਜਿਸ ਤਰ੍ਹਾਂ ਤੁਸੀਂ ਹੁਣ ਤਾਂ ਤੁਸੀਂ ਜੀ ਲਿਆ ਉਸ ਕਿਰਦਾਰ ਨੂੰ ਵੀ, ਉਸ ਚੀਜ਼ ਨੂੰ ਵੀ, ਉਸ ਮਾਹੌਲ ਨੂੰ ਵੀ, ਕਿ ਕੀ ਹੋਇਆ ਸੀ ਉਦੋਂ, ਲੇਕਿਨ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਮਤਲਬ ਨਿਆਂ ਦੇ ਨਾਂ 'ਤੇ 2-4 ਹੀ ਚੀਜ਼ਾਂ ਹੋਈਆਂ, ਪੂਰਾ ਨਿਆਂ ਨਹੀਂ ਮਿਲ ਸਕਿਆ ਹੁਣ ਤੱਕ। ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ? ਮੇਰੇ ਤੋਂ ਸੂਝਵਾਨ ਰਾਈਟਰਸ, ਜਰਨਲਿਸਟ ਸਭ ਬਹੁਤ ਦੇਰ ਦੀ ਰਿਸਰਚ ਕਰਦੇ ਪਏ ਨੇ, ਉਹਨਾਂ ਨੂੰ ਮੇਰੇ ਤੋਂ ਵੱਧ ਪਤਾ। ਮੈਂ ਤਾਂ ਇੱਕ ਫਿਲਮ ਦੇ ਲਈ ਛੋਟੀ ਜਿਹੀ ਮੈਂ ਰਿਸਰਚ ਕੀਤੀ। ਦੁੱਖ ਹੈ, ਮੈਨੂੰ ਬਹੁਤ ਦੁੱਖ ਹੈ ਵੀ ਇੱਦਾਂ ਮਾਨਵਤਾ ਦੇ ਨਾਲ ਇਹ ਹੋਣਾ ਤਾਂ ਨਹੀਂ ਚਾਹੀਦਾ। ਦੁਨੀਆ ਦੇ ਵਿੱਚ ਬੈਠੇ ਕਿਸੇ ਵੀ ਰਿਲੀਜਨ ਦੇ, ਕਿਸੇ ਵੀ ਭਾਂਤ ਦੇ ਬੰਦੇ ਦੇ ਨਾਲ ਇਹ ਕੰਮ ਨਹੀਂ ਹੋਣਾ ਚਾਹੀਦਾ।
ਦੁੱਖ ਹੈ ਜੀ ਬਹੁਤ। ਮੈਂ ਬਸ ਇਹੀ ਗੱਲ ਕਹਿਣਾ ਚਾਹੁੰਦਾ, ਬਾਕੀ ਇਹ ਹੈ ਕਿ ਵੀ ਵਾਹਿਗੁਰੂ ਕਰਨ ਵੀ ਮਾਨਵਤਾ ਨੂੰ ਜਲਦੀ ਤੋਂ ਜਲਦੀ ਨਿਆਂ ਮਿਲੇ। ਹੁਣ ਨੈਕਸਟ ਜਿਹੜਾ ਆਪਣਾ ਕੀ ਫੋਕਸ ਰਹੇਗਾ? ਕਿਸੇ ਕੋਈ ਨਵਾਂ ਜਿਹੜਾ ਪ੍ਰੋਜੈਕਟ ਤੇ ਗੱਲ ਚੱਲ ਰਹੀ ਹੈ ਜਾਂ ਕਿ ਹਾਲੇ ਕੀਤੇ ਜਾਣਾ, ਹਾਲੇ ਕੁਝ ਸੋਚ ਰਹੇ ਹਾਂ ਆਪਾਂ, ਕੀ ਚੱਲ ਰਿਹਾ ਨੈਕਸਟ ਕੀ ਹੈ? ਹਾਂਜੀ, ਮੇਰੀ ਕੋਸ਼ਿਸ਼ ਹੈ ਕਿ ਵੀ ਕੁਛ ਚੀਜ਼ਾਂ ਨੇ ਮੈਂ ਦੱਸ ਨਹੀਂ ਸਕਦਾ, ਕਿਉਂਕਿ ਜਿੰਨੀ ਦੇਰ ਤੱਕ ਕੁਛ ਵੀ ਸਾਡੇ ਹੱਥ 'ਚ ਨਹੀਂ ਆ ਜਾਂਦਾ, ਜਿੰਨੀ ਦੇਰ ਤੱਕ ਕੁਛ ਲਾਈਨ ਅਪ ਹੋ ਨਹੀਂ ਜਾਂਦਾ, ਆਫੀਸ਼ੀਅਲੀ ਬਾਹਰ ਨਹੀਂ ਆ ਜਾਂਦਾ, ਉਨੀ ਦੇਰ ਤੱਕ ਸਾਨੂੰ ਬੋਲਣ ਲਈ ਅੱਗੇ ਮਨਾ ਕੀਤਾ ਗਿਆ। ਮੈਂ ਮਾਫੀ ਚਾਹੁੰਦਾ, ਬਟ ਜ਼ਰੂਰ ਜ਼ਰੂਰ ਤੁਹਾਨੂੰ ਆਉਣ ਵਾਲੇ ਟਾਈਮ 'ਚ ਫਿਲਮਸ ਮੇਰੀਆਂ ਦੇਖਣ ਨੂੰ ਮੌਕਾ ਮਿਲੇਗਾ। ਅਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਚੈਨਲ ਦਾ, ਸਾਰੇ ਸਰੋਤਿਆਂ ਦਾ, ਕਿ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਦਿਲ ਦੀਆਂ ਦੋ ਗੱਲਾਂ ਕਰਨ ਦੇ ਨਾਲ ਮੈਨੂੰ ਮੌਕਾ ਦਿੱਤਾ। ਚਲੋ, ਤੁਹਾਨੂੰ ਭਵਿੱਖ ਵਾਸਤੇ ਵੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ, ਅਤੇ ਆਸ ਕਰਦੇ ਹਾਂ ਵੀ ਹੋਰ ਵੀ ਇਹੋ ਜਿਹੇ ਵਧੀਆ ਵਧੀਆ ਰੋਲ ਜਿਹੜੇ ਕਿ ਤੁਹਾਨੂੰ ਵੀ ਚੰਗੇ ਲੱਗਣ ਅਤੇ ਜਿਹੜਾ ਦਰਸ਼ਕ ਨੇ ਉਹਨਾਂ ਨੂੰ ਵੀ ਜਿਹੜਾ ਵੇਖਣ ਨੂੰ ਸਕੂਨ ਮਿਲੇ, ਇਹੋ ਜਿਹੇ ਕਰਦੇ ਰਹੋ। ਸੋ ਇਹ ਸਨ ਜੀ ਅਪਿੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਜਿਹੜਾ ਜੋਗੀ ਫਿਲਮ ਕੀਤੀ ਹੈ ਉਸ ਵਾਸਤੇ ਉਹਨਾਂ ਦੇ ਬਹੁਤ ਨਜ਼ਦੀਕ ਰਹੀ ਹੈ ਦਿਲ ਦੇ ਨਾਲ, ਔਰ ਕੁਝ ਚੀਜ਼ਾਂ ਉਹਨਾਂ ਨੇ ਆਪਣੇ ਦਿਲ ਦੀਆਂ ਸਾਂਝੀਆਂ ਕੀਤੀਆਂ ਹਨ। ਕੁਝ ਸੀਨਾਂ ਦੇ ਵਿੱਚ ਜਿਸ ਤਰ੍ਹਾਂ ਇਮੋਸ਼ਨਲ ਉਹ ਵੀ ਦੱਸਿਆ। ਅੱਜ ਤੱਕ ਇੰਨੇ ਸਾਲਾਂ ਬਾਅਦ ਸਹੀ ਤਰੀਕੇ ਨਾਲ ਇਨਸਾਫ ਨਹੀਂ ਮਿਲ ਸਕਿਆ ਨਸਲਕੁਸ਼ੀ ਦਾ, ਉਹਦਾ ਦਰਦ ਵੀ ਉਹਨਾਂ ਦੇ ਸੀਨੇ ਦੇ ਵਿੱਚ ਹੈ, ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਅਜਿਹੇ ਵਧੀਆ ਵਧੀਆ ਰੋਲ ਕਰਨ ਨੂੰ ਮਿਲਦੇ ਰਹਿਣਗੇ, ਤਾਂ ਜੋ ਦਰਸ਼ਕ ਜਿਹੜਾ ਹੈ ਉਹਨਾਂ ਦੀ ਅਦਾਕਾਰੀ ਅਤੇ ਉਹਨਾਂ ਦੀ ਇਮੋਸ਼ਨਲ ਜਿਹੜੀ ਚੀਜ਼ ਹੈ ਉਸ ਨੂੰ ਜਿਹੜਾ ਹੈ ਸ਼ਲਾਘਾ ਉਸ ਦੀ ਕਰਦੇ ਰਹਿਣ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਪੰਜਾਬ ਕੇ ਟੀਵੀ ਤੋਂ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।